ਧੰਨ ਵਾਹਿਗੁਰੂ ਜੀਓ। ਹਲੇ ਯਾਰਾ, ਹਲੇ ਯਾਰਾ, ਖੁਸ਼ ਖਬਰੀ। ਬਲ ਬਲ ਜਾਉ ਹਉ ਬਲ ਬਲ ਜਾਉ, ਨੀਕੀ ਤੇਰੀ ਬਿਗਾਰੀ। ਆਲੇ ਤੇਰਾ ਨਾਉ ਰਹਾਉ। ਕੁਜਾ ਆਮਦ ਕੁਜਾ ਰਫਤੀ, ਕੁਜਾ ਮੇਰਵੀ। ਦੁਆਰਿਕਾ ਨਗਰੀ ਰਾਸ ਬੁਗੋਈ, ਖੂਬ ਤੇਰੀ ਪਗਰੀ, ਮੀਠੇ ਤੇਰੇ ਬੋਲ। ਦੁਆਰਿਕਾ ਨਗਰੀ ਕਾਹੇ ਕੀ ਮਗੋਲ। ਚੰਦੀ ਹਜ਼ਾਰ ਆਲਮ ਏਕਲ ਖਾਨਾ, ਹਮ ਚੀਨੀ ਪਾਤਸ਼ਾਹ ਸਾਂਵਲੇ ਬਰਨਾ। ਆਸਪਤ ਗਾਜਪਤ ਨਰਹ ਨਰਿੰਦ, ਨਾਮੇ ਕੇ ਸੁਆਮੀ ਮੀਰ ਮੁਕੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗਰੀਬ ਨਵਾਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਨਾਲ ਸਾਂਝ ਬਣਾ ਕੇ ਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਨਾਲ ਆਪ ਜੀ ਨੇ ਬੜੀ ਇਕਾਗਰਤਾ ਪ੍ਰੇਮ ਸਹਿਤ ਸਤਿਗੁਰੂ ਦੇ ਉਪਦੇਸ਼ ਨੂੰ ਸਰਵਣ ਕਰਨ ਦਾ ਯਤਨ ਕੀਤਾ ਹੈ। ਬਾਬਾ ਨਾਮਦੇਵ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਲੜੀਵਾਰ ਕਥਾ ਵਿਚਾਰ ਇਹਨਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਆਪਾਂ ਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ ਹਾਂ। ਜਿਸ ਲੜੀ ਤਹਿਤ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 727 ਉੱਤੇ ਇਹ ਪਾਵਨ ਸ਼ਬਦ ਰਾਗ ਤਿਲੰਗ ਦੇ ਵਿੱਚ ਸੁਭਾਇਮਾਨ ਹੈ। ਇਸ ਰਾਗ ਦੇ ਅੰਦਰ ਭਗਤ ਨਾਮਦੇਵ ਸਾਹਿਬ ਜੀ ਦੇ ਕੁੱਲ 2 ਸ਼ਬਦ ਹਨ ਔਰ ਇਹ ਦੂਜਾ ਸ਼ਬਦ ਹੈ ਜਿਸ ਦਾ ਪਾਠ ਆਪ ਜੀ ਨੇ ਸੁਣਿਆ ਹੈ। ਸ਼ਬਦ ਦਾ ਜੋ ਪਹਿਲਾ ਪਦਾ ਹੈ, ਜੋ ਕਿ ਰਹਾਉ ਵਾਲਾ ਬੰਦ ਵੀ ਹੈ, ਕੁੱਲ 3 ਪੰਕਤੀਆਂ ਹਨ। ਹੱਲੇ ਯਾਰਾ, ਹੱਲੇ ਯਾਰਾ, ਖੁਸ਼ ਖਬਰੀ। ਬਲ ਬਲ ਜਾਉ ਹਉ ਬਲ ਬਲ ਜਾਉ, ਨੀਕੀ ਤੇਰੀ ਬੇਗਾਰੀ। ਆਲੇ ਤੇਰਾ ਨਾਉ ਰਹਾਉ। ਹੱਲੇ ਸ਼ਬਦ ਜਿਹੜਾ ਹੈ, ਆਮ ਪੰਜਾਬੀ ਅਤੇ ਆਮ ਸਧਾਰਨ ਬੋਲੀ ਦੇ ਲਹਿਜ਼ੇ ਦੇ ਵਿੱਚ ਕਿਸੇ ਨੂੰ ਹੇ ਕਹਿ ਕੇ ਸ਼ਬਦ ਵਿੱਚ ਆਵਾਜ਼ ਮਾਰਨੀ ਹੋਵੇ ਜਾਂ ਬੁਲਾਉਣਾ ਹੋਵੇ ਜਾਂ ਸੱਦਣਾ ਹੋਵੇ ਤਾਂ ਸਧਾਰਨ ਬੋਲੀ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਹੈ। 11 ਸ਼ਬਦ ਇੱਥੇ ਬਿੰਦੀ ਸਹਿਤ ਹੈ। ਪੁਰਾਤਨ ਹੱਥ ਲਿਖਤ ਬੀੜਾਂ ਦੇ ਵਿੱਚ ਸ਼ਬਦ 11 ਹੈ ਔਰ ਟੀਕਾਕਾਰਾਂ ਨੇ ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਕਿ 11 ਸ਼ਬਦ ਸੰਬੋਧਨ ਵਾਚਕ ਹੈ। 11 ਸ਼ਬਦ ਜਿਹੜਾ ਹੈ ਉਹ ਬਹੁਵਚਨ ਹੈ। ਬਹੁਤਿਆਂ ਦੀ ਗੱਲ ਕਰਦਿਆਂ ਹੋਇਆਂ ਆਪਾਂ ਆਮ ਤੌਰ ਦੇ ਉੱਤੇ ਇਸ ਤਰ੍ਹਾਂ ਉਚਾਰਨ ਕਰਦੇ ਹਾਂ। ਇੱਥੇ ਸਤ ਸੰਗੀਆਂ ਨੂੰ, ਰੱਬੀ ਪਿਆਰਿਆਂ ਨੂੰ ਬਾਬਾ ਨਾਮਦੇਵ ਸਾਹਿਬ ਮਹਾਰਾਜ ਨੇ ਬੜਾ ਕੀਮਤੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੱਲੇ ਯਾਰਾ, ਹੱਲੇ ਯਾਰਾ, ਖੁਸ਼ ਖਬਰੀ।
ਸੰਬੋਧਨ ਹੋਏ ਹਨ ਉਹ ਪਰਮੇਸ਼ਰ ਵਾਹਿਗੁਰੂ ਨੂੰ। ਜਿਵੇਂ ਬਾਣੀ ਵਿੱਚ ਇਹ ਵਾਕ ਆਉਂਦਾ ਹੈ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀਆ। ਹੇ ਮੇਰੇ ਪਰਮੇਸ਼ਰ, ਮੇਰੇ ਮਿੱਤਰ, ਮੇਰੀ ਗੱਲ ਸੁਣ, ਮੇਰੀ ਬੇਨਤੀ ਸੁਣ, ਮੇਰੀ ਅਰਦਾਸ ਸੁਣ। ਮੈਂ ਤੇਰੇ ਅੱਗੇ ਇੱਕ ਬੇਨਤੀ ਕਰਦਾ ਹਾਂ, ਇੱਕ ਅਰਜ਼ੋਈ, ਇੱਕ ਜੋਦੜੀ ਕਥਦਾ ਹਾਂ। ਤਿਸ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ। ਉਸ ਅੱਗੇ ਮੈਂ ਇਸ ਤਰ੍ਹਾਂ ਅਰਜ਼ੋਈਆਂ ਕਰਦਿਆਂ, ਬੇਨਤੀ ਕਰਦਿਆਂ ਉਸ ਪਿਆਰੇ ਮੋਹਨ, ਮਨ ਨੂੰ ਮੋਹ ਲੈਣ ਵਾਲੇ ਪਰਮੇਸ਼ਰ ਨੂੰ ਖੋਜ ਰਿਹਾ ਹਾਂ। ਮੇਰੀ ਖੋਜ, ਮੇਰੀ ਅਰਦਾਸ ਉੱਤੇ ਨਿਰਭਰ ਹੈ। ਮੇਰੀ ਭਾਲ ਉਸ ਦੇ ਅੱਗੇ ਸਮਰਪਣ ਹੋਣ ਤੇ ਉਸ ਦੇ ਗੁਣਾਂ ਨੂੰ, ਉਸ ਦੀ ਇਬਾਦਤ ਨੂੰ ਜੀਵਨ ਦਾ ਆਧਾਰ ਮੰਨ ਕੇ ਚੱਲਣ ਵਿੱਚ ਹੈ। ਭਗਤ ਜੀ ਇੱਥੇ ਫਰਮਾਉਂਦੇ ਹਨ, ਹੇ ਮੇਰੇ ਪਰਮੇਸ਼ਰ ਪਿਆਰੇ ਮਿੱਤਰ, ਹੇ ਮੇਰੇ ਪਰਮੇਸ਼ਰ ਪਿਆਰੇ ਮਿੱਤਰ, ਖੁਸ਼ ਖਬਰੀ। ਖਬਰ ਦਾ ਭਾਵ ਹੁੰਦਾ ਹੈ ਸੋਏ, ਸਮਾਚਾਰ। ਕਿਸੇ ਬਾਬਤ ਕੋਈ ਆ ਕੇ ਸਾਨੂੰ ਜਾਣਕਾਰੀ ਦੇਵੇ, ਉਸ ਨੂੰ ਆਪਾਂ ਖਬਰ ਆਖਦੇ ਹਾਂ। ਕੋਈ ਇਵੈਂਟ ਹੈ, ਕੋਈ ਘਟਨਾ ਹੈ, ਕੋਈ ਕਿਤੇ ਕੋਈ ਵੀ ਗੱਲ ਚੰਗੀ ਮਾੜੀ ਜਿਸ ਤਰ੍ਹਾਂ ਦੀ ਵੀ ਹੋਵੇ, ਸਾਨੂੰ ਦੱਸਣ ਵਾਲੇ ਮਨੁੱਖ ਨੂੰ ਅਸੀਂ ਕਹਿੰਦੇ ਹਾਂ ਕੀ ਖਬਰ ਲੈ ਕੇ ਆਇਆ। ਭਾਵ ਉਹ ਕੀ ਸਮਾਚਾਰ, ਕੀ ਗੱਲਬਾਤ ਹੈ, ਯਥਾਰਥ ਕੀ ਹੈ, ਜੋ ਤੈਨੂੰ ਪਤਾ ਉਹ ਮੈਨੂੰ ਦੱਸ। ਭਗਤ ਜੀ ਇੱਥੇ ਆਖਦੇ ਹਨ ਖੁਸ਼ ਖਬਰੀ। ਉਹ ਖਬਰ, ਉਹ ਸਮਾਚਾਰ, ਉਹ ਸੋਏ, ਉਹ ਸਿਫਤੋ ਸਲਾਹ ਜਿਹੜੀ ਮਨ ਨੂੰ ਖੁਸ਼ੀ ਤੇ ਆਨੰਦ ਪ੍ਰਦਾਨ ਕਰਨ ਵਾਲੀ ਹੈ, ਜਿਹੜੀ ਜੀਵਨ ਦੇ ਵਿੱਚ ਆਨੰਦ ਤੇ ਖੇੜਾ ਪੈਦਾ ਕਰਦਾ ਹੈ। ਐਸੀ ਗੱਲਬਾਤ ਉਸ ਪਰਮੇਸ਼ਰ ਵਾਹਿਗੁਰੂ ਦੀ। ਤਤ ਭਾਵ ਇਹ ਹੋਇਆ, ਹੇ ਮੇਰੇ ਪਰਮੇਸ਼ਰ ਪਿਆਰੇ ਮਿੱਤਰ, ਤੇਰੀ ਹਰ ਖਬਰ, ਤੇਰੀ ਹਰ ਸੋਏ, ਤੇਰੀ ਹਰ ਗੱਲ ਮੇਰੇ ਮਨ ਨੂੰ ਚਾਅ, ਉਤਸ਼ਾਹ ਤੇ ਖੇੜਾ ਬਖਸ਼ਦੀ ਹੈ। ਜਿਉਂ-ਜਿਉਂ ਮੈਂ ਤੇਰੀ ਸਿਫਤੋ ਸਲਾਹ ਦੇ ਨਾਲ ਜੁੜਦਾ ਹਾਂ, ਜਿਉਂ-ਜਿਉਂ ਤੇਰੇ ਪਿਆਰਿਆਂ ਕੋਲੋਂ, ਸਤ ਸੰਗੀਆਂ ਕੋਲੋਂ ਮੈਂ ਤੇਰੇ ਬਾਬਤ ਕੁਝ ਜਾਣਦਾ ਹਾਂ, ਤੇਰੇ ਗੁਣਾਂ ਨਾਲ ਜੁੜਦਾ ਹਾਂ, ਤੇਰੀ ਸਿਫਤ ਨਾਲ ਸਾਂਝ ਬਣਾਉਂਦਾ ਹਾਂ, ਤਿਉਂ-ਤਿਉਂ ਮੇਰੇ ਅੰਤਰ ਆਤਮੇ ਨੂੰ ਸਕੂਨ ਮਿਲਦਾ ਹੈ, ਖੁਸ਼ੀ ਮਿਲਦੀ ਹੈ, ਆਨੰਦ ਮਿਲਦਾ ਹੈ, ਖੇੜਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਇਸ ਤੋਂ ਅਗਲੇ ਵਾਕ ਵਿੱਚ ਆਖਦੇ ਹਨ, ਬਲ ਬਲ ਜਾਉ ਹਉ ਬਲ ਬਲ ਜਾਉ। ਜਦੋਂ ਇਤਨਾ ਆਨੰਦ, ਇਤਨਾ ਆਤਮਿਕ ਸਕੂਨ ਮੈਨੂੰ ਤੇਰੀ ਸਿਫਤ ਵਿੱਚੋਂ ਪ੍ਰਾਪਤ ਹੁੰਦਾ ਹੈ, ਤੇ ਮੈਂ ਤੇਰੇ ਤੋਂ ਸਦਕੇ ਕਿਉਂ ਨਾ ਜਾਵਾਂ। ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਬਾਰ-ਬਾਰ ਸਦਕੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਕਿਉਂਕਿ ਨੀਕੀ ਤੇਰੀ ਬੇਗਾਰੀ, ਆਲੇ ਤੇਰਾ ਨਾਮ। ਤੇਰਾ ਨਾਮ ਬੜੇ ਉੱਚੇ ਦਰਜੇ ਦਾ ਹੈ। ਆਲੇ ਦਾ ਮਤਲਬ ਹੁੰਦਾ ਹੈ ਆਲਾ, ਉੱਚਾ। ਉਰਦੂ ਵਾਲੇ ਆਮ ਤੌਰ 'ਤੇ ਇਸ ਸ਼ਬਦ ਦੀ ਵਰਤੋਂ ਬਹੁਤ ਕਰਦੇ ਹਨ, ਆਲਾ। ਜਿਵੇਂ ਬਹੁਤ ਉੱਚੇ ਰੁਤਬੇ ਤੋਂ ਆਪਾਂ ਕਹਿੰਦੇ ਬੜਾ ਆਲਾ ਰੁਤਬਾ ਹੈ ਇਸ ਦਾ। ਕੋਈ ਬਹੁਤ ਹੀ ਬਾ ਕਮਾਲ ਵਸਤੂ ਹੋਵੇ, ਆਪਾਂ ਕਹਿੰਦੇ ਬੜੀ ਆਲਾ ਚੀਜ਼ ਹੈ, ਬੜੀ ਉੱਚੀ, ਜਿਸ ਤੋਂ ਪ੍ਰਭਾਵਿਤ ਹੋਵੇ ਮਨ। ਤੇਰਾ ਨਾਮ ਬੜਾ ਉੱਚਾ ਹੈ, ਤੇਰਾ ਨਾਮ ਸ਼੍ਰੋਮਣੀ ਹੈ, ਤੇਰਾ ਨਾਮ ਪਿਆਰਾ ਹੈ, ਤੇਰਾ ਨਾਮ ਖੂਬੀਆਂ ਨਾਲ ਭਰਪੂਰ ਹੈ, ਇਸ ਕਰਕੇ ਉਹ ਆਲਾ ਦਰਜੇ ਦਾ ਹੈ। ਨੀਕੀ ਤੇਰੀ ਬੇਗਾਰੀ। ਬੇਗਾਰੀ ਦਾ ਮਤਲਬ ਹੁੰਦਾ ਹੈ ਵਗਾਰ। ਆਪਣੀ ਬੋਲੀ ਵਿੱਚ ਜਦੋਂ ਅਸੀਂ ਕਿਸੇ ਦਾ ਕੰਮ ਕਰਦੇ ਹਾਂ, ਜਿਸ ਕੰਮ ਵਿੱਚ ਸਾਡਾ ਕੋਈ ਇੰਟਰਸਟ ਨਾ ਹੋਵੇ, ਆਪਾਂ ਕਈ ਵਾਰ ਕਿਸੇ ਦੇ ਕੰਮ ਜਾਣਾ, ਕਿਸੇ ਦੀ ਮੰਗ ਦੇ ਉੱਤੇ ਸਾਨੂੰ ਕਿਸੇ ਨੇ ਫਰਮਾਇਸ਼ ਕੀਤੀ ਹੋਵੇ ਵੀ ਤੁਸੀਂ ਸਾਡਾ ਆਹ ਕੰਮ ਕਰਨਾ ਹੈ, ਉਹਦੇ ਵਿੱਚ ਹੁਣ ਸਾਨੂੰ ਕੋਈ ਫਾਇਦਾ ਨਹੀਂ, ਸਾਨੂੰ ਕੋਈ ਲਾਭ ਨਹੀਂ। ਅਸੀਂ ਉਸ ਬੰਦੇ ਦਾ ਕੰਮ ਸਵਾਰਨ ਵਾਸਤੇ ਉਹਦੇ ਕਹੇ 'ਤੇ ਗਏ ਹੋਏ ਹਾਂ, ਅਤੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਕਿੱਥੇ ਗਏ ਸੀ ਜਾਂ ਕਿੱਥੇ ਜਾ ਰਹੇ ਹੋ, ਤਾਂ ਆਪਾਂ ਕਹਿੰਦੇ ਕਿਸੇ ਦੀ ਵਗਾਰ ਕੱਢਣ ਜਾ ਰਹੇ ਹਾਂ। ਭਾਵ ਕਿਸੇ ਬੇਗਾਨੇ ਦਾ ਕੰਮ ਕਰਨਾ, ਜਿਸ ਵਿੱਚ ਆਪਣਾ ਕੋਈ ਇੰਟਰਸਟ ਨਹੀਂ ਹੈ, ਕੋਈ ਲਾਭ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਕਿਸੇ ਦੀ ਖੁਸ਼ੀ ਵਾਸਤੇ ਜਿਹੜਾ ਕੰਮ, ਕਿਸੇ ਦਾ ਕੰਮ ਸਵਾਰਨ ਲਈ ਕਿਸੇ ਦੀ ਖੁਸ਼ੀ ਵਾਸਤੇ ਕੀਤਾ ਜਾਂਦਾ ਹੈ, ਕਿਸੇ ਦੇ ਇੰਟਰਸਟ ਵਾਸਤੇ ਕੀਤਾ ਜਾਂਦਾ ਹੈ, ਉਹਨੂੰ ਵਗਾਰ ਕਿਹਾ ਜਾਂਦਾ ਹੈ। ਭਗਤ ਜੀ ਇਸ ਜਗ੍ਹਾ 'ਤੇ ਵਗਾਰ ਕਿਹਨੂੰ ਕਹਿੰਦੇ? ਨੀਕੀ। ਨੀਕੀ ਦਾ ਮਤਲਬ ਹੁੰਦਾ ਹੈ ਸੋਹਣੀ, ਚੰਗੀ। ਨੀਕੀ ਤੇਰੀ ਬੇਗਾਰੀ।
ਹੁਣ ਇਹ ਮਨੁੱਖ ਦਾ ਸਰੀਰ ਆਪਣਾ ਨਹੀਂ, ਭਾਵ ਇਹ ਸਰੀਰ ਨੇ ਵੀ ਆਖਰ ਬਿਨਸ ਜਾਣਾ ਹੈ। ਜੋ ਕੁਝ ਅਸੀਂ ਇਕੱਠਾ ਕੀਤਾ ਦੁਨੀਆ ਵਿੱਚ, ਜੋ ਦੌੜ ਭੱਜ ਯਤਨ ਕੀਤੇ, ਸਰੀਰ ਤੋਂ ਜਿਸ ਵੇਲੇ ਸਾਹ ਨਿਕਲਣਗੇ ਸਭ ਧਰਿਆ ਧਰਾਇਆ ਰਹਿ ਜਾਏਗਾ। ਉਹ ਸਾਰਾ ਜਿਹੜਾ ਉਹਨਾਂ ਚਿਰ ਹੈ ਜਿੰਨਾ ਚਿਰ ਸਰੀਰ ਵਿੱਚ ਸਾਹ ਚੱਲਦੇ ਨੇ, ਪ੍ਰਾਣ ਚੱਲਦੇ ਨੇ, ਸਾਡਾ ਕੰਟਰੋਲ ਹੈ, ਸਾਡੀ ਤਾਕਤ ਹੈ, ਅਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਤੇ ਹੰਢਾ ਸਕਦੇ ਹਾਂ, ਉਹਨਾਂ ਚਿਰ ਹੀ ਸਾਡਾ ਹੈ। ਭਾਵੇਂ ਅਸੀਂ ਕਿੰਨੀ ਵੀ ਦੁਨੀਆ ਦੀ ਦੌਲਤ ਦੇ, ਰੁਤਬੇ ਦੇ, ਸ਼ੌਹਰਤ ਦੇ, ਵਡਿਆਈ ਦੇ, ਪਦਾਰਥ ਦੇ ਮਾਲਕ ਹੋਈਏ, ਪਰ ਜਿਸ ਵੇਲੇ ਉਹ ਸਾਰਾ ਕੁਝ ਸਾਡੇ ਸਰੀਰ ਚੋਂ ਪ੍ਰਾਣ ਨਿਕਲੇ ਤੇ ਸਾਰਾ ਕੁਝ ਪਰਾਇਆ ਹੋ ਗਿਆ, ਕਿਸ ਦਾ ਹੈ? ਇਹ ਬੜਾ ਅਹਿਮ ਪ੍ਰਸ਼ਨ ਹੈ। ਜਿੰਨਾ ਚਿਰ ਸਾਡੇ ਸਾਹ ਚੱਲਦੇ ਹਨ, ਜਿੰਨਾ ਚਿਰ ਹੰਗਤਾ ਹੈ ਜੀਵਨ 'ਚ, ਅਸੀਂ ਆਖਾਂਗੇ ਸਭ ਮੇਰਾ ਹੀ ਹੈ। ਕਿੱਥੇ ਜਾਏਗਾ ਇਹ? ਪਰ ਇਹ ਸਦਾ ਵਾਸਤੇ ਸਾਡਾ ਨਹੀਂ ਰਹੇਗਾ। ਹੁਣ ਇਸ ਜੀਵਨ ਦੇ ਪ੍ਰਤੀ ਦੋ ਤਰ੍ਹਾਂ ਦੇ ਨਜ਼ਰੀਏ ਹਨ। ਇੱਕ ਦ੍ਰਿਸ਼ਟੀਕੋਣ ਜੀਵਨ ਦੇ ਪ੍ਰਤੀ ਇਹ ਹੈ ਵੀ ਇਹ ਸਭ ਕੁਝ ਨਾਸ਼ ਹੋ ਜਾਣ ਵਾਲਾ, ਖਤਮ ਹੋ ਜਾਣ ਵਾਲਾ ਹੈ, ਕੀ ਕਰਨਾ ਹੈ? ਇਹ ਤੇ ਠੀਕ ਹੈ ਵੀ ਨਾਸ਼ ਹੋ ਜਾਣ ਵਾਲਾ ਹੈ, ਖਤਮ ਹੋ ਜਾਣ ਵਾਲਾ ਹੈ, ਪਰ ਇਹ ਚੀਜ਼, ਇਹ ਗੁਣ ਇਸ ਕਰਕੇ ਧਾਰਨ ਕਰਨਾ, ਇਹ ਚੀਜ਼ ਇਸ ਕਰਕੇ ਚੇਤੇ ਰੱਖਣੀ ਹੈ ਵੀ ਮੈਂ ਹਉਮੈ ਹੰਕਾਰ 'ਚ ਗਲਤਾਨ ਹੋ ਕੇ ਮੰਦੇ ਕੰਮ ਨਾ ਕਰਾਂ, ਦੂਸਰੇ ਦੇ ਜੀਵਨ 'ਚ ਦਖਲ ਨਾ ਦੇਵਾਂ, ਪਰਾਇਆ ਹੱਕ ਨਾ ਮਾਰਾਂ, ਕਿਸੇ ਨੂੰ ਦੁਖੀ ਨਾ ਕਰਾਂ, ਕਿਸੇ ਨੂੰ ਪਰੇਸ਼ਾਨ ਨਾ ਕਰਾਂ, ਕੋਈ ਮੇਰੇ ਕਾਰਨ ਦੁਖੀ ਨਾ ਹੋਵੇ, ਪਰੇਸ਼ਾਨ ਨਾ ਹੋਵੇ, ਕਿਸੇ ਤੇ ਜ਼ੁਲਮ ਨਾ ਹੋਵੇ, ਅਤਿਆਚਾਰ ਨਾ ਹੋਵੇ, ਮੇਰੇ ਹੱਥੋਂ ਪਾਪ ਨਾ ਹੋਵੇ। ਮੈਨੂੰ ਯਾਦ ਰਹੇ ਵੀ ਜਿਸ ਚੀਜ਼ ਖਾਤਰ ਮੈਂ ਪਾਪ ਕਰਨਾ ਉਹ ਸਦਾ ਰਹਿਣੀ ਨਹੀਂ, ਭਾਵੇਂ ਮੇਰਾ ਤਨ ਹੈ, ਭਾਵੇਂ ਧਨ ਪਦਾਰਥ ਹੈ, ਸ਼ੌਹਰਤ ਹੈ ਜਾਂ ਰੁਤਬਾ ਹੈ, ਇਸ ਤੋਂ ਤੱਕ ਤੇ ਠੀਕ ਹੈ। ਤੇ ਗੁਰਬਾਣੀ 'ਚ ਦੱਸਿਆ ਵੀ ਇਸ ਪੱਖ ਤੋਂ ਹੀ ਗਿਆ। ਪਰ ਜੇ ਕੋਈ ਬਿਲਕੁਲ ਹੀ ਉਦਾਸ ਹੋ ਕੇ ਬੈਠ ਜਾਏ, ਢਹਿੰਦੀ ਕਲਾ ਵਿੱਚ ਹੀ ਵਿਚਰਨ ਲੱਗ ਜਾਏ ਵੀ ਇੱਥੇ ਤਾਂ ਰਹਿਣਾ ਹੀ ਕੁਝ ਨਹੀਂ, ਤੋ ਆਪਣੀਆਂ ਜ਼ਿੰਮੇਵਾਰੀਆਂ ਵੀ ਨਾ ਨਿਭਾਏ, ਫਰਜ਼ਾਂ ਤੋਂ ਮੂੰਹ ਮੋੜ ਲਵੇ, ਕੋਈ ਪਰਉਪਕਾਰ ਵੀ ਨਾ ਕਰੇ, ਤੇ ਆਪਣੇ ਜੀਵਨ ਨੂੰ, ਜੋ ਵਾਹਿਗੁਰੂ ਨੇ ਦਾਤ ਜੀਵਨ ਦੀ ਬਖਸ਼ੀ ਹੈ, ਜੋ ਜਿੰਨੀ ਕੁ ਸਾਨੂੰ ਸਮਰੱਥਾ ਸੰਸਾਰ ਵਿੱਚ ਪਦਾਰਥ ਦੀ ਦਿੱਤੀ ਹੈ, ਉਸ ਤੋਂ ਵੀ ਮੁੱਖ ਮੋੜ ਲਵੇ, ਤਾਂ ਉਸ ਮਨੁੱਖ ਨੂੰ ਕਿਹਾ ਜਾਏਗਾ ਵੀ ਇਸ ਮਨੁੱਖ ਨੇ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਤੋਂ ਵੀ ਮੂੰਹ ਮੋੜ ਲਿਆ, ਇਹ ਉਹਦੀ ਅਮਾਨਤ ਨੂੰ ਸਾਂਭ ਨਹੀਂ ਸਕਿਆ। ਬਜਾਏ ਉਹਦਾ ਸ਼ੁਕਰ ਕਰਨ ਦੇ ਇਸ ਮਨੁੱਖ ਨੇ ਉਦਾਸੀਨ ਹੋ ਕੇ, ਢਹਿੰਦੀ ਕਲਾ ਵਿੱਚ ਜਾ ਕੇ, ਨੈਗੇਟਿਵ ਸੋਚ ਅਪਣਾ ਕੇ ਗਲਤ ਰਾਹ, ਗਲਤ ਟਰੈਕ ਜੀਵਨ ਦਾ ਫੜ ਲਿਆ। ਇੱਕ ਤਾਂ ਉਹ ਲੋਕ ਹੋਣਗੇ, ਦੂਜੇ ਲੋਕ ਉਹ ਹੋਣਗੇ ਜਿਹੜੇ ਇਹ ਸੋਚ ਕੇ ਵੀ ਦੁਬਾਰਾ ਕਿਹੜੀ ਖੋਰੇ ਸਮਾਂ ਮਿਲੇ ਕਿ ਨਾ ਮਿਲੇ, ਜਿੰਨਾ ਲੁੱਟ ਸਕਦੇ ਹੋ, ਮਨ ਮਰਜ਼ੀਆਂ ਕਰ ਸਕਦੇ ਹੋ, ਪਦਾਰਥਾਂ ਦੇ ਭੋਗ ਭੋਗ ਸਕਦੇ ਹੋ, ਜੋ ਕੁਝ ਵੀ ਤੁਸੀਂ ਕਰ ਸਕਦੇ ਹੋ, ਮਨ ਆਈਆਂ ਕਰ ਸਕਦੇ ਹੋ, ਕਰ ਲਓ। ਉਹ ਫਿਰ ਖਿਆਲ ਨਹੀਂ ਰੱਖਣਗੇ ਕਿ ਦੂਜਿਆਂ ਦਾ ਜੀਵਨ ਵੀ ਸਾਡੇ ਵਰਗਾ ਹੈ। ਉਹ ਦੂਜਿਆਂ ਨੂੰ ਦੁਖੀ, ਪਰੇਸ਼ਾਨ, ਦੂਜਿਆਂ ਨੂੰ ਧੱਕਾ ਕਰ ਕਰਕੇ ਉਹਨਾਂ ਦੇ ਅੰਦਰ ਨੂੰ ਠੇਸ ਪਹੁੰਚਾਉਂਦੇ ਰਹਿਣਗੇ, ਪਰ ਆਪਣੀਆਂ ਮਨ ਮਰਜ਼ੀਆਂ ਤੋਂ ਬਾਜ਼ ਨਹੀਂ ਆਉਣਗੇ। ਉਹਨਾਂ ਦੀ ਦਲੀਲ ਇਹ ਹੋਏਗੀ, ਖੌਰੇ ਦੁਬਾਰਾ ਸਮਾਂ ਮਿਲਣਾ ਕਿ ਨਹੀਂ ਮਿਲਣਾ, ਇਹ ਜਨਮ ਕਿਤੇ ਦੁਬਾਰਾ ਮਿਲਦਾ। ਉਹ ਇਸ ਦਲੀਲ ਉੱਤੇ ਅਟਕੇ ਹੋਏ। ਤਾਂ ਉਹ ਦੋਵੇਂ ਤਰ੍ਹਾਂ ਦੇ ਮਨੁੱਖ ਜਿਹੜੇ ਹਨ, ਉਹਨਾਂ ਨੇ ਜੀਵਨ ਨੂੰ ਪਰਮੇਸ਼ਰ ਦੀ ਦਾਤ ਨਹੀਂ ਸਮਝਿਆ ਤੇ ਦਾਤ ਅਮਾਨਤ ਸਮਝ ਕੇ ਇਸ ਦਾਤ ਨੂੰ ਵਰਤਿਆ ਨਹੀਂ। ਉਹ ਦੋਵੇਂ ਤਰ੍ਹਾਂ ਦੇ ਹੀ ਗਲਤ ਰਾਹ ਤੇ ਤੁਰੇ ਹੋਏ ਮਨੁੱਖ ਨੇ। ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਜੀਵਨ ਪ੍ਰਤੀ ਕੀ ਦ੍ਰਿਸ਼ਟੀਕੋਣ ਹੈ? ਉਹ ਕਹਿੰਦੇ ਨੇ, ਮੈਂ ਜੋ ਵੀ ਕਾਰਜ ਕਰਦਾ ਹਾਂ, ਭਾਵੇਂ ਉਹ ਗ੍ਰਸਤ ਮਾਰਗ ਹੈ, ਸੰਸਾਰ ਦੀਆਂ ਜ਼ਿੰਮੇਵਾਰੀਆਂ ਹਨ, ਮੇਰੀ ਇਹ ਦੇਹੀ ਹੈ, ਮੈਂ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਜੋ ਕੁਝ ਵੀ ਕਰਦਾ ਹਾਂ, ਮੈਂ ਉਹਨੂੰ ਸਮਰਪਿਤ ਹੋ ਕੇ ਕਰਦਾ, ਇਹ ਸਮਝ ਕੇ ਵੀ ਇਹ ਮੇਰੇ ਵਾਹਿਗੁਰੂ ਦਾ ਕਾਰਜ ਹੈ। ਅਸੀਂ ਆਮ ਤੌਰ ਦੇ ਉੱਤੇ ਸੇਵਾ ਦਾ ਜਿਹੜਾ ਕਨਸੈਪਟ ਹੈ, ਬੜਾ ਪਵਿੱਤਰ ਕਨਸੈਪਟ ਹੈ, ਸੰਕਲਪ ਹੈ, ਪਰ ਕੀ ਅਸੀਂ ਆਪਣੇ ਪਰਿਵਾਰ ਵਿੱਚ ਵੀ ਐਵੇਂ ਵਿਚਰਦੇ ਹਾਂ ਵੀ ਅਸੀਂ ਵਾਹਿਗੁਰੂ ਦੀ ਸੇਵਾ ਕਰ ਰਹੇ ਹਾਂ? ਨਹੀਂ ਵਿਚਰਦੇ ਨਾ। ਉੱਥੇ ਸਮਝਦੇ ਮੈਂ ਮੇਰੀ ਹੈ ਸਭ। ਭਗਤ ਰੱਬ ਦੇ ਪਿਆਰੇ ਸਮੁੱਚਾ ਜੀਵਨ ਹੀ ਐਵੇਂ ਬਤੀਤ ਕਰਦੇ ਨੇ ਵੀ ਜਿਵੇਂ ਉਹ ਸੇਵਾ ਵਿੱਚ ਹਨ।
ਉਹਨਾਂ ਦੀ ਸੇਵਾ ਨਿਰੰਤਰ ਜਾਰੀ ਰਹਿੰਦੀ ਹੈ, ਇੱਕ ਖਾਸ ਥਾਂ ਦੀ ਮੁਤਾਜ ਨਹੀਂ ਹੁੰਦੀ। ਉਹ ਕਿਸੇ ਨਾਲ ਬੋਲਣਗੇ, ਕਿਸੇ ਨਾਲ ਵਰਤਣਗੇ, ਹਰ ਪਲ ਹਰ ਘੜੀ ਉਹਨਾਂ ਦੇ ਚਿੱਤ ਵਿੱਚ ਇਹ ਖਿਆਲ ਰਹੇਗਾ, ਇਹ ਮੇਰੇ ਵਾਹਿਗੁਰੂ ਦਾ ਕਾਰਜ ਹੈ। ਦੁਨੀਆ ਨਾਲ ਵੀ ਵਰਤਦੇ ਹੋਏ ਇਹ ਸੋਚਣਗੇ, ਮੇਰੇ ਵਾਹਿਗੁਰੂ ਨੇ ਜੋ ਕਰਮ ਮੈਨੂੰ ਬਖਸ਼ਿਆ ਹੈ, ਇਹਨੂੰ ਮੈਂ ਪਵਿੱਤਰ ਢੰਗ ਨਾਲ ਨਿਭਾਉਣਾ ਹੈ। ਮੈਂ ਆਪਣੇ ਮਾਲਕ ਨੂੰ ਜਵਾਬਦੇਹ ਹੋਵਾਂ ਵੀ ਹੇ ਮੇਰੇ ਮਾਲਕ, ਤੂੰ ਇਹ ਜ਼ਿੰਮੇਵਾਰੀ, ਇਹ ਫਰਜ਼ ਮੈਨੂੰ ਸੌਂਪੇ ਨੇ, ਇਹ ਕਾਰਜ ਮੈਨੂੰ ਜੀਵਨ ਵਿੱਚ ਦਿੱਤੇ ਨੇ, ਤੇ ਮੈਂ ਇਹਨਾਂ ਨੂੰ ਸਾਫ਼ ਗੋਈ ਤੇ ਪਵਿੱਤਰਤਾ ਨਾਲ ਹੰਡਾਵਾਂ। ਉਹਨੂੰ ਉਹ ਕਹਿੰਦੇ ਨੇ ਵਾਹਿਗੁਰੂ ਦਾ ਕੰਮ, ਰੱਬ ਦੀ ਸੇਵਾ, ਪਰਮੇਸ਼ਰ ਦਾ ਕਾਰਜ। ਉਹਦੇ ਵਿੱਚ ਉਹਨਾਂ ਦੇ ਅੰਦਰ ਨਾ ਕਾਰਜ ਕਰਦਿਆਂ ਹੰਗਤਾ ਆਉਂਦੀ ਹੈ, ਨਾ ਸਵਾਰਥ ਆਉਂਦਾ ਹੈ, ਨਾ ਕਿਸੇ ਦੇ ਪ੍ਰਤੀ ਰੰਜਿਸ਼, ਨਾ ਕਿਸੇ ਦੇ ਪ੍ਰਤੀ ਭੇਦ ਭਾਵ ਆਉਂਦਾ। ਉਹ ਸਾਰੇ ਕਾਰਜ ਜਿੰਨੇ ਵੀ ਆਪਣੇ ਜੀਵਨ ਪ੍ਰਤੀ, ਦੇਹ ਨੂੰ ਵੀ ਪਾਲਦੇ ਨੇ ਨਾ ਆਪਣੀ ਨੂੰ, ਤੇ ਵਾਹਿਗੁਰੂ ਦੀ ਦਾਤ ਸਮਝ ਕੇ ਪਾਲਦਾ। ਇਸ ਤਨ ਨਾਲ ਮੰਦਾ ਕਰਮ ਨਹੀਂ ਕਰਦੇ, ਜ਼ੁਲਮੋ ਸਿਤਮ ਪਾਪ ਅਤਿਆਚਾਰ ਨਹੀਂ ਕਰਦੇ, ਪਰਾਇਆ ਹੱਕ ਖਾ ਕੇ ਇਸ ਦੇਹ ਨੂੰ ਪਾਲਦੇ ਨਹੀਂ। ਉਹ ਕਹਿੰਦੇ ਇਹ ਤਾਂ ਵਾਹਿਗੁਰੂ ਦੀ ਹੈ, ਇਹ ਤਾਂ ਪਰਮੇਸ਼ਰ ਦੀ ਦਾਤ ਹੈ, ਇਸ ਨੂੰ ਕੂੜ ਬੋਲ ਕੇ ਖਵਾਲੀਆ, ਜੇ ਚੱਲਦਿਆਂ ਨਾਲ ਨਾ ਜਾਏ। ਹੁਣ ਐਸੇ ਦ੍ਰਿਸ਼ਟੀਕੋਣ ਵਾਲੇ ਉਹਨਾਂ ਨੂੰ ਤਾਂ ਹੀ ਇਹ ਬਾਣੀ ਦੇ ਵਿੱਚ ਸੇਵਕ ਲਿਖਿਆ। ਸੇਵਕ ਦਾ ਮਤਲਬ ਸੇਵਾ ਕਰਨ ਵਾਲਾ, ਤੇ ਉਹਨਾਂ ਦੀ ਸੇਵਾ ਹਰ ਸਾਹ ਨਾਲ ਜਾਰੀ ਰਹਿੰਦੀ ਹੈ। ਉਹਨਾਂ ਦਾ ਬੋਲ ਚਾਲ, ਉਹਨਾਂ ਦਾ ਸੋਚਣ, ਉਹਨਾਂ ਦਾ ਕਰਮ, ਉਹਨਾਂ ਦਾ ਚਿੰਤਨ, ਹਰ ਚੀਜ਼ ਪਵਿੱਤਰਤਾ ਵਿੱਚ ਰੰਗਿਆ ਹੁੰਦਾ ਹੈ, ਕਿਉਂਕਿ ਉਹ ਹਰ ਕਰਮ ਲਈ ਵਾਹਿਗੁਰੂ ਨੂੰ ਜਵਾਬਦੇਹ ਹੁੰਦੇ। ਉਹਨਾਂ ਲਈ ਸੰਸਾਰ ਦਾ ਕੁਝ ਵੀ ਬੋਝ ਨਹੀਂ ਹੈ, ਕੁਝ ਵੀ ਭਾਰ ਨਹੀਂ ਹੈ, ਕੁਝ ਵੀ ਵਾਧੂ ਨਹੀਂ ਹੈ। ਹਰ ਚੀਜ਼ ਨੂੰ ਇਵੇਂ ਫਰਜ਼ ਸਮਝ ਕੇ ਨਿਭਾਉਂਦੇ ਹਨ, ਜਿਵੇਂ ਕਿਸੇ ਦਾ ਦਿੱਤਾ ਕਾਰਜ ਸਿਰੇ ਚੜਾਉਣਾ ਤੇ ਉਹਨੂੰ ਸਵਾਰਨਾ ਹੈ। ਹੁਣ ਸਾਨੂੰ ਕੋਈ ਕੰਮ ਕਹਿ ਦੇਵੇ, ਜਾਂ ਤਾਂ ਅਸੀਂ ਉਸ ਕੰਮ ਦੇ ਪ੍ਰਤੀ ਵੀ ਕੋਈ ਸਾਨੂੰ ਕਾਰਜ ਕਹੇ ਵੀ ਆ ਕਰ ਦਿਓ, ਜਾਂ ਤਾਂ ਫਿਰ ਅਸੀਂ ਇਹ ਕਹੀਏ ਵੀ ਅਸੀਂ ਨਹੀਂ ਜੀ ਕਰ ਸਕਦੇ, ਬਹਾਨੇ ਕਰੀਏ ਜਾਂ ਹੋਰ ਕੁਝ ਐਸਾ। ਦੂਜਾ ਕੰਮ ਕੀ ਹੁੰਦਾ ਵੀ ਕੰਮ ਅਗਲੇ ਦਾ ਹਾਂ ਵੀ ਭਰ ਦੇਣੀ ਹੈ ਤੇ ਕਰਨਾ ਵੀ ਸਵਾਰ ਕੇ ਨਹੀਂ, ਯਾਨੀ ਕਿ ਅਗਲੇ ਨੂੰ ਪਰੇਸ਼ਾਨੀ ਦੇਣੀ, ਵੀ ਕੰਮ ਦੀ ਹਾਂ ਵੀ ਕਰ ਦੇਣੀ, ਵੀ ਠੀਕ ਹੈ ਜੀ ਕਰ ਦਿਆਂਗੇ, ਤੇ ਕਰਨਾ ਵੀ ਇਸ ਢੰਗ ਨਾਲ ਵੀ ਅਗਲਾ ਇਹ ਕਹਿ ਵੀ ਨਾ ਸਕੇ ਵੀ ਇਹਨੇ ਮੇਰਾ ਕੰਮ ਨਹੀਂ ਕੀਤਾ, ਤੇ ਉਹਨੂੰ ਸੈਟਿਸਫੈਕਸ਼ਨ ਵੀ ਨਾ ਮਿਲੇ, ਤੇ ਮਨ 'ਚ ਉਹ ਅਗਲਾ ਸੋਚੇ ਵੀ ਕਿਹਨੂੰ ਕੰਮ ਕਹਿ ਬੈਠੇ, ਨਾ ਕੰਮ ਚੱਜ ਨਾਲ ਕੀਤਾ ਤੇ ਨਾ ਛੱਡਿਆ। ਅੱਧਾ ਅਧੂਰਾ ਜਾਂ ਵਿਗਾੜ ਕੇ ਕੀਤਾ ਹੋਇਆ ਕੰਮ ਜਿਹੜਾ ਹੈ, ਉਹ ਕੰਮ ਕਹਿਣ ਵਾਲੇ ਦੇ ਮਨ ਨੂੰ ਠੇਸ ਪਹੁੰਚਾਉਂਦਾ ਹੈ, ਤੇ ਉਹ ਫਿਰ ਅੱਗੇ ਤੋਂ ਮਨੁੱਖ ਸਾਡੇ ਪ੍ਰਤੀ ਬੇਧਿਆਨਾ ਹੋਣਾ ਸ਼ੁਰੂ ਹੋ ਜਾਂਦਾ ਵੀ ਇਹਨੂੰ ਕਹਿਣ ਦਾ ਫਾਇਦਾ ਹੀ ਕੋਈ ਨਹੀਂ। ਇਹ ਨਾ ਵੀ ਨਹੀਂ ਕਰਦਾ ਤੇ ਕੰਮ ਵੀ ਸਿਰੇ ਚੱਜ ਨਾਲ ਚਾੜਦਾ ਨਹੀਂ, ਯਾਨੀ ਕਿ ਉਹਦੇ ਵਿੱਚ ਫਿਰ ਭਾਵਨਾ ਕੀ ਹੁੰਦੀ ਹੈ ਵੀ ਅੰਦਰ ਬੇਈਮਾਨੀ ਹੈ ਕਰਨ ਵਾਲੇ ਦੇ। ਕੰਮ ਨੂੰ ਸਵਾਰਨ ਦੀ ਬਜਾਏ ਉਹ ਹੁਣ ਸਵਾਰੇਗਾ ਤੇ ਅਗਲਾ ਤਾਂ ਜੇ ਉਹਨੂੰ ਇੰਟਰਸਟ ਹੋਏਗਾ ਕੰਮ 'ਚ, ਉਹਨੂੰ ਸ਼ੌਂਕ ਹੋਏਗਾ, ਉਹਦੇ ਅੰਦਰ ਕੋਈ ਭਾਵਨਾ ਹੋਏਗੀ। ਜੇ ਉਹਦੇ ਅੰਦਰ ਉਹਨੂੰ ਬੋਝ ਲੱਗਦਾ ਹੈ ਨਾ, ਉਹ ਕੰਮ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਜੇ ਬੱਧਾ ਚੱਟੀ ਦਾ ਮਤਲਬ ਹੁੰਦਾ ਵੀ ਬੱਝ ਕੇ, ਮਜਬੂਰੀ 'ਚ ਪ੍ਰੈਸ਼ਰਾਈਜ਼ ਹੋ ਕੇ, ਬੋਝ ਥੱਲੇ ਦੱਬ ਕੇ ਕੰਮ ਕਰਨਾ, ਅਣਮੰਨੇ ਮਨ ਨਾਲ ਕੰਮ ਕਰਨਾ, ਉਹ 'ਚ ਨਾ ਖੁਦ ਨੂੰ ਸਵਾਦ ਆਉਂਦਾ ਹੈ, ਨਾ ਖੁਦ ਨੂੰ ਆਨੰਦ ਮਿਲਦਾ ਹੈ, ਸਕੂਨ ਮਿਲਦਾ ਹੈ, ਤੇ ਨਾ ਹੀ ਕੰਮ ਸਵਰਦਾ ਤੇ ਸਿਰੇ ਚੜ੍ਹਦਾ। ਤਾਂ ਉਹ ਜਿਹੜੀ ਕਿਰਿਆ ਹੈ, ਉਹ ਸਾਰੀ ਦੀ ਸਾਰੀ, ਉਹ ਸਾਰੀ ਕਿਰਿਆ ਨਾ ਕਰਨ ਵਾਲੇ ਨੂੰ ਸਕੂਨ ਦਿੰਦੀ ਹੈ, ਤੇ ਨਾ ਜਿਹਦਾ ਕੰਮ ਹੈ ਉਹਨੂੰ ਲਾਭ ਪਹੁੰਚਾਉਂਦੀ। ਉਹ ਅੱਧਾ ਅਧੂਰਾ ਤੇ ਵਿਗੜਿਆ ਖਿਲਰਿਆ ਕੰਮ ਹੁੰਦਾ। ਸੋ ਇਸ ਵਾਸਤੇ ਜਿਹੜਾ ਹੈ, ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਸਾਰੇ ਜੀਵਨ ਦੀ ਕਿਰਿਆ ਨੂੰ ਹੀ, ਸਾਰੇ ਜੀਵਨ ਦੇ ਜਿਹੜੀਆਂ ਜ਼ਿੰਮੇਵਾਰੀਆਂ ਤੇ ਫਰਜ਼ ਨੇ, ਜੀਵਨ ਦਾ ਹਰ ਐਕਸ਼ਨ ਹੈ ਜਿਹੜਾ, ਉਸ ਨੂੰ ਵਾਹਿਗੁਰੂ ਦੀ ਸੇਵਾ ਮੰਨਿਆ, ਵਾਹਿਗੁਰੂ ਦਾ ਕੰਮ ਮੰਨਿਆ, ਰੱਬ ਦਾ ਕਾਰਜ ਮੰਨਿਆ। ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ। ਅਗਲੇ ਬੰਦ ਵਿੱਚ ਆਖਦੇ ਹਨ, ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ। ਕੁਜਾ ਸ਼ਬਦ ਜਿਹੜਾ ਹੈ ਪਰਸ਼ੀਅਨ ਦਾ ਹੈ। ਕੁਜਾ ਕਿੱਥੇ, ਕਿੱਥੋਂ। ਕੁਜਾ ਆਮਦ, ਆਮਦ ਦਾ ਮਤਲਬ ਹੁੰਦਾ ਹੈ ਆਉਣਾ, ਆਮਦ ਹੋਣੀ। ਆਪਾਂ ਕਹਿੰਦੇ ਖੁਸ਼ ਆਮਦੀਦ,
ਕਿ ਤੁਹਾਡੇ ਆਉਣ ਦੇ ਉੱਤੇ ਸਾਨੂੰ ਦੇਖ ਕੇ ਖੁਸ਼ੀ ਹੋਈ, ਤੁਹਾਡੀ ਆਮਦ ਉੱਤੇ ਸਾਨੂੰ ਪ੍ਰਸੰਨਤਾ ਹੋਈ। ਆਮਦ ਦਾ ਮਤਲਬ ਹੈ ਆਉਣਾ, ਰਫਤੀ ਦਾ ਮਤਲਬ ਹੈ ਜਾਣਾ। ਰਫਤਾਰ ਆਪਾਂ ਕਹਿੰਦੇ ਰਫਤ ਕਰਨਾ, ਜਾਣਾ, ਚਲੇ ਜਾਣਾ। ਮੇਰਾ ਵੀ ਜਿਹੜਾ ਜਾ ਰਿਹਾ ਹੈ, ਰਸਤੇ ਵਿੱਚ ਹੈ, ਇਹਦਾ ਭਾਵ ਹੈ ਹੇ ਵਾਹਿਗੁਰੂ ਤੂੰ ਕਿੱਥੋਂ ਆਉਣਾ ਹੈ, ਕਿੱਥੇ ਚਲਿਆ ਜਾਣਾ ਹੈ ਤੇ ਕਿੱਥੇ ਜਾ ਰਹੇ ਹੈ। ਇਹਦਾ ਭਾਵ ਹੈ ਨਾ ਤੂੰ ਕਿਤੇ ਆਉਂਦਾ ਹੈ, ਨਾ ਤੂੰ ਕਿਤੇ ਜਾਣਾ ਹੈ ਤੇ ਨਾ ਹੀ ਤੂੰ ਕਿਤੇ ਜਾ ਰਿਹਾ ਹੈ। ਭਾਵ ਨਾ ਤੂੰ ਜਨਮ ਲੈਂਦਾ ਹੈ, ਨਾ ਮਰਦਾ ਹੈ ਤੇ ਨਾ ਹੀ ਸਮੇਂ ਦਾ ਤੇਰੇ ਉੱਤੇ ਕੋਈ ਪ੍ਰਭਾਵ ਹੈ, ਨਾ ਤੂੰ ਪੁਰਾਣਾ ਹੁੰਦਾ, ਨਾ ਤੂੰ ਹੰਢਦਾ। ਇਹਦਾ ਮਤਲਬ ਹੈ ਤੂੰ ਸਦੀਵ ਕਾਲ ਅਟਲ ਹੈ, ਸਦੀਵ ਕਾਲ ਸੱਚ ਹੈ, ਸਦਾ ਇੱਕੋ ਜਿਹਾ ਹੈ, ਹਰ ਜਗ੍ਹਾ ਤੇ ਵਸਿਆ ਹੋਇਆ ਹੈ। ਉਸ ਨੂੰ ਹਜ਼ੂਰ ਨੇ ਸਤਨਾਮ ਕਿਹਾ, ਜਿਸ ਦੀ ਹੋਂਦ ਸਦਾ ਕਾਇਮ ਹੈ ਔਰ ਸਦਾ ਇੱਕੋ ਜਿਹੀ ਹੈ, ਜਿਸ ਉੱਤੇ ਨਾ ਸਮੇਂ ਦਾ ਪ੍ਰਭਾਵ, ਨਾ ਘਟਨਾ ਦਾ ਪ੍ਰਭਾਵ, ਨਾ ਕਿਸੇ ਪ੍ਰਕਿਰਿਆ ਦਾ ਪ੍ਰਭਾਵ, ਜੋ ਨਾ ਜਨਮਿਆ ਨਾ ਪੈਦਾ ਹੋਇਆ ਹੈ, ਨਾ ਉਹਨੇ ਪੁਰਾਣੇ ਹੋਣਾ ਤੇ ਨਾ ਉਹਨੇ ਖਤਮ ਹੋਣਾ। ਇਸ ਵਾਸਤੇ ਹਜ਼ੂਰ ਆਖਦੇ ਨੇ ਦਵਾਰਕਾ ਨਗਰੀ ਰਾਸ ਬੁਗੋਈ। ਭਾਰਤ ਦੀ ਧਰਤੀ ਦੇ ਉੱਤੇ ਦੋ ਖੇਡਾਂ ਬੜੀਆਂ ਪ੍ਰਚਲਿਤ ਹਨ ਜਿਹੜੀਆਂ ਅਵਤਾਰਾਂ ਨਾਲ ਜੁੜੀਆਂ ਹੋਈਆਂ ਨੇ। ਰਾਮ ਜੀ ਦੇ ਨਾਲ ਜੁੜੀ ਹੋਈ ਹੈ। ਜਦੋਂ ਦੁਸਹਿਰੇ ਦਾ ਸਮਾਂ ਆਉਂਦਾ ਹੈ, ਦੁਸਹਿਰਾ, ਤਾਂ ਦੁਸਹਿਰੇ ਦੇ ਉੱਤੇ ਰਾਮ ਲੀਲਾ ਖੇਡੀ ਜਾਂਦੀ ਹੈ ਤੇ ਕ੍ਰਿਸ਼ਨ ਜੀ ਦੇ ਨਾਲ ਜਿਹੜੀ ਹੈ ਉਹ ਉਹਨਾਂ ਦੀ ਕ੍ਰਿਸ਼ਨ ਲੀਲਾ ਪ੍ਰਚਲਿਤ ਹੈ। ਗੋਪੀਆਂ ਨਾਲ ਮਨ ਪਰਚਾਉਣਾ, ਖੇਡਾਂ ਕਰਨੀਆਂ, ਬੰਸਰੀ ਵਜਾਉਣੀ, ਉਹਨੂੰ ਕ੍ਰਿਸ਼ਨ ਲੀਲਾ ਕਿਹਾ ਜਾਂਦਾ। ਉਹਦੀ ਮੌਜ, ਲੀਲਾ ਦਾ ਮਤਲਬ ਹੁੰਦਾ ਹੈ ਜੋ ਕ੍ਰਿਸ਼ਨ ਦੀ ਮੌਜ ਵਿੱਚ ਆਇਆ ਉਹਨੇ ਕੀਤਾ। ਤੋ ਇਹ ਬੜੀਆਂ ਦੋਵੇਂ ਚੀਜ਼ਾਂ ਰਾਮ ਜੀ ਦੇ ਨਾਲ, ਕ੍ਰਿਸ਼ਨ ਜੀ ਦੇ ਨਾਲ ਜੋ ਜੁੜੀਆਂ ਹੋਈਆਂ ਔਰ ਬੜੀਆਂ ਪ੍ਰਚਲਿਤ ਨੇ। ਇੱਥੇ ਦਵਾਰਕਾ ਨਗਰੀ ਗੁਜਰਾਤ ਦਾ ਇੱਕ, ਜਿਹਨੂੰ 7 ਪਵਿੱਤਰ ਨਗਰੀਆਂ ਦੇ ਵਿੱਚੋਂ ਇੱਕ ਨਗਰੀ ਕਿਹਾ ਜਾਂਦਾ। ਦਵਾਰਕਾ ਦੇ ਵਿੱਚ ਹੀ ਕ੍ਰਿਸ਼ਨ ਜੀ ਨੇ ਆਪਣੀ ਲੀਲਾ, ਆਪਣੀ ਮੌਜ ਮਸਤੀ, ਆਪਣੀ ਮੌਜ ਵਿੱਚ ਜਿਹੜੀ ਉਹ ਖੇਡ ਕੀਤੀ। ਤੋ ਭਗਤ ਜੀ ਇੱਥੇ ਦਵਾਰਕਾ ਨਗਰੀ ਕਿਹਨੂੰ ਕਹਿੰਦੇ ਨੇ? ਸੋਚੇ ਜਗਤ ਨੂੰ। ਸਾਰਾ ਸੰਸਾਰ ਹੀ ਉਹਦੀ ਦਵਾਰਕਾ ਹੈ ਤੇ ਉਹ ਇੱਕੋ ਹੀ ਕ੍ਰਿਸ਼ਨ ਹੈ, ਮਾਲਕ ਅਕਾਲ ਪੁਰਖ। ਜਿਹੜੀ ਇਹ ਸਮੁੱਚੀ ਜਗਤ ਰਚਨਾ ਹੈ ਇਹ ਉਹਦੀ ਲੀਲਾ ਹੈ, ਉਹਦੀ ਖੇਡ ਹੈ। ਭਗਤ ਜੀ ਨੇ, ਭਗਤ ਨਾਮਦੇਵ ਸਾਹਿਬ ਨੇ ਐਸੇ ਬਹੁ ਪ੍ਰਤੀਕ ਵਰਤੇ ਨੇ। ਅੱਗੇ ਜਾ ਕੇ ਸ਼ਬਦ ਆਉਣਗੇ, ਧੰਨ ਧੰਨ ਰਾਮ ਬੇਨ ਬੱਜ, ਉਹਨੂੰ ਵੀ ਆਪਾਂ ਇਸੇ ਸੰਦਰਭ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਹੇ ਮੇਰੇ ਮਾਲਕ ਵਾਹਿਗੁਰੂ, ਤੂੰ ਇਸ ਸਮੁੱਚੇ ਜਗਤ ਦਾ ਅਸਲ ਕ੍ਰਿਸ਼ਨ ਹੈ। ਇਹ ਜਗਤ ਤੇਰੀ ਲੀਲਾ ਹੈ, ਤੇਰੀ ਖੇਡ ਹੈ। ਰਾਸ ਮੰਡਲ ਕੀਨੋ ਆਖਾਰਾ, ਸਗੜੋ ਸਾਜ ਰੱਖਿਓ ਪਾਸਾਰਾ। ਰਾਸ ਮੰਡਲ ਕੀਨੋ ਆਖਾਰਾ, ਇਹ ਜਗਤ ਜਿਹੜਾ ਹੈ ਤੇਰਾ ਅਖਾੜਾ ਹੈ, ਜਿੱਥੇ ਤੂੰ ਆਪਣੀਆਂ ਖੇਡਾਂ ਕਰ ਰਿਹਾ। ਜੀਵ ਬਣਾਉਂਦਾ ਹੈ, ਸਾਜਦਾ ਹੈ, ਵੱਖਰੀਆਂ ਵੱਖਰੀਆਂ ਘਾੜਤਾਂ ਵਾਲੇ ਜੀਵ ਪੈਦਾ ਹੁੰਦੇ ਨੇ, ਜੀਵਨ ਜਿਉਂਦੇ ਨੇ, ਇੱਕ ਪ੍ਰੋਸੈਸ ਵਿੱਚ ਕੰਟੀਨਿਊ ਸਫ਼ਰ ਕਰਦੇ ਨੇ, ਖਤਮ ਹੁੰਦੇ ਨੇ, ਉਹਨਾਂ ਦੀ ਜਗ੍ਹਾ ਨਵੇਂ। ਇਹ ਸਾਰੀ ਖੇਡ ਹੀ ਤਾਂ ਹੈ। ਆਵਨ ਜਾਨ ਨੇ ਖੇਲ ਬਣਾਇਆ। ਸਾਰਾ ਜਗਤ ਹੀ ਇੱਕ ਰਾਸ ਹੈ। ਆਸਾ ਦੀ ਵਾਰ ਦੀ ਪਾਵਨ ਬਾਣੀ ਦੇ ਵਿੱਚ ਵੀ ਜ਼ਰੂਰ ਇਹੋ ਕੁਝ ਕਹਿੰਦੇ ਨੇ। ਇਹ ਸਮੁੱਚਾ ਜਗਤ ਹੀ ਇੱਕ ਰਾਸ ਹੈ, ਇੱਕ ਲੀਲਾ ਹੈ, ਇੱਕ ਖੇਡ ਹੈ ਤੇ ਇਹ ਸੰਸਾਰ ਹੀ ਤੇਰੀ ਅਸਲ ਦਵਾਰਕਾ ਨਗਰੀ। ਦਵਾਰਕਾ ਨਗਰੀ ਰਾਸ ਬੁਗੋਈ, ਇਹ ਤੂੰ ਰਾਸ ਆਖੀ ਹੈ, ਭਾਵ ਇਹ ਤੇਰੇ ਹੁਕਮ ਵਿੱਚੋਂ ਪੈਦਾ ਹੋਈ। ਬੁਗੋਈ ਦਾ ਮਤਲਬ ਕਥਨ ਵਿੱਚੋਂ, ਹੁਕਮ ਵਿੱਚੋਂ ਇਹ ਸਾਰੇ ਜਗਤ ਦੀ ਖੇਡ ਚੱਲ ਰਹੀ ਹੈ। ਫਿਰ ਫਰਮਾਉਂਦੇ ਹਨ, ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ। ਪਗਰੀ ਤੋਂ ਭਾਵ ਪੱਗ ਅਰਥ ਵੀ ਕੀਤੇ ਹਨ ਤੇ ਕੁਝ ਵਿਚਾਰਮਾਨਾਂ ਨੇ ਪਗਰੀ ਰਸਤਾ ਵੀ ਮੰਨਿਆ। ਪਗਰੀ ਦਾ ਮਤਲਬ ਹੁੰਦਾ ਹੈ ਪਗ ਡੰਡੀ, ਰਸਤਾ। ਤੇਰਾ ਰਸਤਾ ਖੂਬ ਹੈ। ਤੇ ਪੱਗ ਤੋਂ ਭਾਵ ਸ਼ਾਨ ਵੀ ਹੈ। ਜਿਵੇਂ ਢਾਡੀ ਨੱਥਾ ਤੇ ਅਬਦੁੱਲਾ 6ਵੇਂ ਪਾਤਸ਼ਾਹ ਜ਼ੋਰ ਦੀ ਸਿਫਤ ਵਿੱਚ ਕਹਿੰਦੇ ਸਨ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟਗੜ, ਦਰਵਾਜ਼ਾ ਬਲਖ ਬਖੀਰ ਦੀ। ਨਾਲ ਸਿਪਾਹੀ ਨੀਲ ਨਾਲ, ਮਾਰ ਦੁਸ਼ਟਾਂ ਕਰੇ ਤਗੀਰ ਦੀ। ਪੱਗ ਤੇਰੀ
ਕੀ ਜਹਾਂਗੀਰ ਦੀ। ਉਹ ਪੱਗ ਦਾ ਮਤਲਬ ਉਸ ਜਗ੍ਹਾ ਤੇ ਹੈ ਸ਼ਾਨ, ਰੁਤਬਾ, ਸ਼ਾਨੋ ਸ਼ੌਕਤ, ਵਡਿਆਈ, ਪ੍ਰਭਤਾ, ਤੇਜ ਪ੍ਰਭਾਵ ਜਿਹੜਾ ਹੁੰਦਾ। ਹੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਸ਼ੋਭਾ ਸ਼ਾਨ ਤੇ ਤੁਹਾਡੀ ਹੈ, ਜਹਾਂਗੀਰ ਦੀ ਸ਼ਾਨ ਤੁਹਾਡੇ ਸਾਹਮਣੇ ਕੀ ਹੈ। ਜਾਨੀ ਕਿ ਸਮੇਂ ਦੀ ਸ਼ਾਹੀ ਤੇ ਉੱਚੇ ਰੁਤਬੇ ਵੀ ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਜਲਵੇ ਦੇ ਸਾਹਮਣੇ ਬੜੇ ਫਿੱਕੇ ਤੇ ਨਾਮਾਲੂਮ ਹਨ। ਇਸ ਵਾਸਤੇ ਮਾਮੂਲੀ ਹਨ ਉਹ ਸਾਰੇ ਰੁਤਬੇ ਤੁਹਾਡੇ ਸਾਹਮਣੇ। ਤੋ ਇੱਥੇ ਪਗੜੀ ਦਾ ਅਰਥ ਸ਼ਾਨ ਹੈ। ਹੇ ਮੇਰੇ ਵਾਹਿਗੁਰੂ ਤੇਰੀ ਸ਼ਾਨ ਵੀ ਖੂਬ ਬਾ ਕਮਾਲ ਹੈ। ਤੇ ਦੂਜੀ ਗੱਲ, ਮੀਠੇ ਤੇਰੇ ਬੋਲ, ਤੇਰੇ ਬੋਲ, ਤੇਰੀ ਸਿਫਤ ਸਲਾਹ ਵੀ ਬੜੀ ਮਿੱਠੀ ਹੈ, ਬਾ ਕਮਾਲ ਹੈ। ਜੋ ਵੀ ਤੇਰੀ ਸਿਫਤ ਨਾਲ ਜੁੜਦਾ ਹੈ ਉਹ ਸੁਰਤ ਕਰਕੇ ਉੱਚਾ ਤੇ ਪਾਕ ਹੋ ਜਾਂਦਾ। ਦਵਾਰਕਾ ਨਗਰੀ ਕਾਹੇ ਕੇ ਮਗੋਲ। ਭਗਤ ਨਾਮਦੇਵ ਸਾਹਿਬ ਜਦੋਂ ਇਹ ਸ਼ਬਦ ਕੱਥ ਰਹੇ ਸਨ ਤਾਂ ਉਹਨਾਂ ਸਾਹਮਣੇ ਦੋ ਵੱਡੇ ਮਜ਼ਹਬ ਸਨ। ਇੱਕ ਜੋ ਅਵਤਾਰਵਾਦ ਵਿੱਚ ਯਕੀਨ ਕਰਨ ਵਾਲੇ ਲੋਕ ਸਨ, ਉਹਨਾਂ ਲਈ ਦੁਨੀਆ ਦੀ ਸਭ ਤੋਂ ਪਵਿੱਤਰ ਨਗਰੀ ਜਿਹੜੀ ਸੀ ਦਵਾਰਕਾ, ਉਹਨਾਂ ਦਾ ਰੱਬ ਇੱਕ ਖਾਸ ਨਗਰੀ 'ਚ ਰਹਿੰਦਾ। ਦੂਜਿਆਂ ਦਾ ਰਹਿੰਦਾ ਹੈ ਮੁਗਲ, ਮੁਗਲਾਂ ਦਾ ਰਾਜ ਸੀ। ਉਹ ਕਿੱਥੇ ਰਹਿੰਦਾ ਸੀ? ਮੁਗਲ ਸ਼ਬਦ ਜਿਹੜਾ ਹੈ ਖਾਸ ਤੌਰ ਤੇ ਵੈਸੇ ਤੇ ਇੱਕ ਕਲਟ ਹੈ, ਜਿਹਨੂੰ ਆਪਾਂ ਕਹਿੰਦੇ ਆ ਵੀ ਇੱਕ ਨਸਲ। ਮੰਗੋਲੀਆ ਤੋਂ ਉੱਠੇ ਹੋਏ ਲੋਕ ਜਦੋਂ ਭਾਰਤ ਆਏ, ਇਸਲਾਮ ਉਹਨਾਂ ਮੰਨ ਲਿਆ, ਮੁਗਲ ਹੋ ਗਏ। ਮੁਗਲ ਆਪਾਂ ਉਹਨਾਂ ਨੂੰ ਕਹਿੰਦੇ ਹਾਂ। ਪਰ ਇਹ ਆਮ ਤੌਰ ਦੇ ਉੱਤੇ ਜਿਹੜਾ ਭਾਰਤ ਵਿੱਚ ਇਹ ਸ਼ਬਦ ਦੀ ਵਰਤੋਂ ਜਿਹੜੀ ਹੈ ਬਹੁਤਾਤ ਵਿੱਚ ਇਸਲਾਮ ਨੂੰ ਮੰਨਣ ਵਾਲਿਆਂ ਲਈ ਹੀ ਕੀਤੀ ਜਾਂਦੀ ਸੀ, ਤੇ ਕਾਮਨ ਸ਼ਬਦ ਜਿਹੜਾ ਕਿਸੇ ਲਈ ਯੂਜ਼ ਹੋਣ ਲੱਗ ਪਵੇ। ਤੋ ਇੱਥੇ ਕੀ ਕਹਿੰਦੇ ਹਨ? ਕਾਹੇ ਕੇ ਮਗੋਲ, ਹੇ ਮੇਰੇ ਮਾਲਕ ਨਾ ਤੂੰ ਦਵਾਰਕਾ ਨਗਰੀ ਦਾ ਮੁਤਾਜ ਹੈ ਤੇ ਨਾ ਤੂੰ ਮੁਗਲਾਂ ਦੇ ਦੇਸ਼ ਭਾਵ ਨਾ ਤੂੰ ਖਾਸ ਕਿਸੇ ਮੱਕੇ ਵਿੱਚ ਵਸਦਾ ਹੈ। ਤੂੰ ਕਿਸੇ ਇੱਕ ਜਗ੍ਹਾ ਦੇ ਉੱਤੇ ਨਹੀਂ ਹੈ, ਤੂੰ ਤਾਂ ਸਰਵ ਵਿਆਪੀ ਹੈ, ਹਰ ਜਗ੍ਹਾ ਦੇ ਉੱਤੇ ਹੈ। ਚੰਦੀ ਹਜ਼ਾਰ ਆਲਮ ਏਕ ਲਖਾਨਾ, ਕਈ ਹਜ਼ਾਰ ਆਲਮ ਹਨ, ਲੋਕ ਹਨ, ਦੁਨੀਆ ਹਨ, ਹਿੱਸੇ ਹਨ ਬ੍ਰਹਿਮੰਡ ਦੇ। ਖੌਰੇ ਕਿੰਨੇ ਕੁ ਹਜ਼ਾਰਾਂ ਨੇ। ਇੱਥੇ ਹਜ਼ਾਰ ਸ਼ਬਦ ਵੀ ਭਗਤ ਜੀ ਨੇ ਕਿਸੇ ਗਿਣਤੀਵਾਚਕ ਵਿੱਚ ਨਹੀਂ, ਹਜ਼ਾਰ ਸ਼ਬਦ ਬਹੁ ਗਿਣਤੀ ਦੇ ਅਰਥਾਂ 'ਚ। ਆਪਾਂ ਜਿਵੇਂ ਕਹਿੰਦੇ ਨਾ ਹਜ਼ਾਰਾਂ ਹੀ ਲੋਕ ਸਨ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਕਾਊਂਟ ਕਰਕੇ ਕਹਿੰਦੇ ਹਾਂ। ਇਹਦਾ ਮਤਲਬ ਹੁੰਦਾ ਵੀ ਬੇਅੰਤ ਸਨ, ਅਣਗਿਣਤ ਸਨ। ਤੋ ਇਹਦਾ ਭਾਵ ਹੈ ਬੇਹਿਸਾਬ ਅਣਗਿਣਤ ਤੇਰੇ ਆਲਮ ਲੋਕ ਹਨ, ਤੇਰੇ ਬ੍ਰਹਿਮੰਡ ਦੇ ਹਿੱਸੇ ਹਨ। ਇੱਕ ਲਖਾਨਾ ਤੋਂ ਇੱਕੋ ਹੀ ਇਹਦਾ ਖਾਨ ਮਾਲਕ ਹੈ। ਫਿਰ ਅੱਗੇ ਆਖਦੇ ਨੇ ਹਮ ਚੀਨੀ ਪਾਤਸ਼ਾਹ ਸਾਂਵਲੇ ਬਰਨਾ, ਹੇ ਸਾਂਵਲੇ ਰੰਗ ਵਾਲੇ। ਬਰਨ ਮਤਲਬ ਹੈ ਰੰਗ। ਗੁਰਬਾਣੀ ਵਿੱਚ ਇਹ ਬੜੀ ਸਮਝਣ ਵਾਲੀ ਚੀਜ਼ ਹੈ। ਸਾਂਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਸਾਂਵਲ ਦਾ ਮਤਲਬ ਕਾਲਾ, ਸਾਂਵਲਾ, ਤੇ ਬਾਣੀ 'ਚ ਉਹਨੂੰ ਪ੍ਰਕਾਸ਼ ਰੂਪ ਵੀ ਕਿਹਾ, ਪ੍ਰਕਾਸ਼ ਚਿੱਟਾ ਹੈ। ਭਾਵ ਅੰਧੇਰਾ ਚਾਨਣ ਤੋਂ ਮਾਪੇ ਕੀਆ, ਜਿਨ ਦਿਨ ਕਰਕੇ ਕੀਤੀ ਰਾਤ। ਚਾਨਣ ਵੀ ਤੇਰਾ ਇੱਕ ਪਹਿਲੂ ਹੈ ਤੇ ਹਨੇਰਾ ਵੀ ਤੇਰਾ ਇੱਕ ਪਹਿਲੂ ਹੈ। ਗਿਆਨ ਔਰ ਅਗਿਆਨ ਦੋਵੇਂ ਹੀ ਕੁਦਰਤ ਵਿੱਚ ਵਾਸ ਰੱਖਦੇ ਹਨ, ਮਨੁੱਖ ਦੇ ਅੰਦਰ ਹਨ। ਇਹ ਦੋਵੇਂ ਤੇਰੇ ਪਹਿਲੂ ਹਨ, ਸਿੱਕੇ ਦੇ ਦੋਵਾਂ ਪਹਿਲੂਆਂ ਵਾਂਗ ਤੇਰੇ ਹਿੱਸੇ ਹਨ। ਤੋ ਇਸ ਨੂੰ ਆਖਦੇ ਹਨ ਅਸ ਪਤ ਗਜ ਪਤ ਨਰਹ ਨਰਿੰਦ। ਅਸ ਅਸ਼ਵ 7 ਘੋੜਿਆਂ ਦੀ ਸਵਾਰੀ ਵਾਲਾ ਰਥ ਜਿਹੜਾ ਹੈ ਉਹ ਸੂਰਜ ਦਾ ਹੈ। ਸੂਰਜ ਨੂੰ ਦੇਵਤਾ ਕਹਿੰਦੇ ਨੇ। ਗਜਪਤ ਐਰਾਪਤ, ਖਾਸ ਹਾਥੀ ਦੀ ਸਵਾਰੀ ਕਰਦਾ ਹੈ ਇੰਦਰ, ਦੇਵਤਾ ਹੈ। ਤੂੰ ਹੀ ਮੇਰਾ ਸੂਰਜ ਦੇਵ ਹੈ, ਤੂੰ ਹੀ ਮੇਰਾ ਚੰਦਰ ਦੇਵ ਹੈ ਔਰ ਇੰਦਰ ਹੈ। ਭਾਵ ਤੂੰ ਸਰਬ ਦੇਵਤਿਆਂ ਤੋਂ ਉੱਚਾ ਹੈ। ਨਰਾਂ ਨਰਿੰਦ, ਤੂੰ ਸਾਰੇ ਨਰਾਂ ਦਾ, ਸਾਰੇ ਜੀਵਾਂ ਦਾ ਨਰਿੰਦ ਮਾਲਕ ਹੈ। ਇੰਦਰ ਤਾਂ ਆਪਣੇ ਸਵਰਗ ਲੋਕ ਤੱਕ ਦਾ ਮਾਲਕ ਹੈ, ਜੋ ਭਾਰਤੀ ਪੁਰਾਣਾਂ ਵਿੱਚ ਲਿਖਿਆ। ਸੂਰਜ ਦੇਵ ਜਿਹੜਾ ਹੈ ਉਹ ਵੀ ਇੱਕ ਹਿੱਸੇ ਦਾ ਮਾਲਕ ਹੈ। ਪਰ ਤੂੰ ਤਾਂ ਨਰਾਂ ਨਰਿੰਦ ਔਰ ਚੰਦੀ ਹਜ਼ਾਰ ਆਲਮ ਏਕ ਲਖਾਨਾ ਹੈ। ਇਸ ਵਾਸਤੇ ਭਗਤ ਜੀ ਕਹਿੰਦੇ ਨੇ ਨਾਮੇ ਕੇ ਸੁਆਮੀ ਮੀਰ ਮੁਕੰਦ। ਇਹ ਨਾਮਦੇਵ ਦੇ ਮਾਲਕ ਮੇਰੇ ਪਰਮੇਸ਼ਰ ਤੂੰ ਹੀ ਮੇਰਾ ਅਸਲ ਸੁਆਮੀ ਹੈ, ਮੇਰਾ ਮਾਲਕ ਹੈ। ਮੀਰ ਅਮੀਰ ਉਮਰੇ ਨੂੰ ਕਹਿੰਦੇ। ਮੁਕੰਦ ਤੋਂ ਭਾਵ ਹੈ ਮੁਕਤੀ ਦੇਣ ਵਾਲਾ। ਤੂੰ ਹੀ ਮੈਨੂੰ ਅਗਿਆਨਤਾ ਤੋਂ, ਤੂੰ ਹੀ ਅੰਦਰ ਦੇ ਬੰਧਨਾਂ ਤੋਂ, ਤੂੰ ਹੀ ਵਿਸ਼ਿਆਂ ਵਿਕਾਰਾਂ ਤੋਂ ਮੁਕਤ ਕਰਨ ਵਾਲਾ ਹੈ। ਸਤਿਗੁਰੂ ਬਖਸ਼ਿਸ਼ ਕਰਨ।
ਸ਼ਬਦ ਦਾ ਉਪਦੇਸ਼ ਸਾਡੇ ਮਨ ਹਿਰਦੇ ਵਿੱਚ ਵਸੇ। ਹੋਈਆਂ ਭੁੱਲਾਂ ਦੀ ਮਹਾਰਾਜ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।